ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਤੁਸੀਂ ਪੰਜਾਬੀ ਵਿੱਚ ਇਹ ਗੀਤ ਉਮਰਾਂ ਨੰਗੀਆਂ ਪੱਬਾਂ ਭਾਰ ਅਸਦ ਅਮਾਨਤ ਅਲੀ ਤੇ ਕੋਕ ਸਟੂਡੀਓ ਦੇ ਸੀਜ਼ਨ 8 ਵਿੱਚ ਸੁਣਿਆ ਹੋਣਾ ਹੈ। ਔਰ ਇਹ ਕੋਕ ਸਟੂਡੀਓ ਦੇ ਸੀਜ਼ਨ 8 ਵਿੱਚ ਮਸ਼ਹੂਰ ਗਾਣਾ ਗਿਆ, ਬਹੁਤ ਪਪੂਲਰ ਹੋਇਆ। ਔਰ ਅੱਜ ਸਾਡੇ ਨਾਲ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਗੀਤ ਦੇ ਖਾਲਿਕ ਮਸ਼ਹੂਰ ਸ਼ਾਇਰ ਮਜ਼ਹਰ ਤਰਿਮਜ਼ੀ ਸਾਹਿਬ ਸਾਡੇ ਨਾਲ ਮੌਜੂਦ ਨੇ। ਔਰ ਸਾਈਵਾਲ ਵਿੱਚ ਪੈਦਾ ਹੋਏ ਔਰ ਅੱਜ ਕੱਲ੍ਹ ਉਹ ਲੰਡਨ ਵਿੱਚ ਹੁੰਦੇ ਨੇ। ਲੰਡਨ ਵਿੱਚ ਉਹਨਾਂ ਨੂੰ ਬ੍ਰਿਟਿਸ਼ ਪਾਰਲੀਮੈਂਟਰੀ ਸਿਲੈਕਟ ਕਮੇਟੀ ਅਵਾਰਡ ਮਿਲਿਆ ਜੋ ਕਿ ਲੈਂਗੁਏਜ ਕਲਚਰ ਦੀ ਪ੍ਰਮੋਸ਼ਨ ਲਈ ਸੀ। ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅਵਾਰਡ ਮਿਲ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਨੇ। अस्सलाम वालेकुम सर। जी वालेकुम सर, बहुत मेहरबानी ਤੁਸੀਂ ਉਰਦੂ ਪੁਆਇੰਟ ਲਈ ਟਾਈਮ ਦਿੱਤਾ ਔਰ ਇੰਨੀ ਦੂਰੋਂ ਤਸ਼ਰੀਫ ਲਿਆਏ, ਮਿਹਰਬਾਨੀ। ਤੇ ਅੱਛਾ ਸਰ, ਤੁਹਾਡੀ ਜਿਹੜੀ ਕਿਤਾਬ ਹੈ ਅੱਧ ਜਿਹੜਾ ਹੈ, ਇਹਦਾ ਜਿਹੜਾ ਟਾਈਟਲ ਹੈ ਔਰ ਇਹਦੇ ਵਿੱਚ ਖਾਸ ਤੌਰ 'ਤੇ ਜਿਹੜੀ ਨਜ਼ਮ, ਜਿੱਦਾਂ ਮੈਂ ਗੀਤ ਜਿਹੜਾ ਉਹ ਜ਼ਿਕਰ ਵੀ ਕੀਤਾ ਸ਼ੁਰੂ ਦੇ ਵਿੱਚ, ਉਮਰਾਂ ਨੰਗੀਆਂ ਪੱਬਾਂ ਭਾਰ, ਮੁਖਤਲਿਫ ਗਾਇਕਾਂ ਨੇ ਜਿਹੜਾ ਉਹ ਗਾਇਆ ਵੀ। ਔਰ ਤੁਹਾਨੂੰ ਕੈਸਾ ਮਹਿਸੂਸ ਹੋਇਆ? ਕਿਉਂਕਿ ਪਹਿਲੀ ਦਫਾ ਜਿਹੜਾ ਹੈ ਉਹ ਸਾਨੂੰ ਨਜ਼ਰ ਆਇਆ ਅਸਦ ਅਮਾਨਤ ਅਲੀ ਨੇ, ਔਰ ਤੋਂ ਬਾਅਦ ਕੋਕ ਸਟੂਡੀਓ ਤੇ ਬਹੁਤ ਸਾਰੇ ਸਿੰਗਰਸ ਨੇ ਜਿਹੜਾ ਉਹ ਕਾਫੀ ਜ਼ਿਆਦਾ ਇਹਦੇ 'ਤੇ ਤਬਾਹ ਆਜ਼ਮਾਈ ਕੀਤੀ। ਔਰ ਕੁਝ ਲੋਕਾਂ ਨੇ ਤੇ ਇਸ ਗੀਤ ਨੂੰ ਜਿਹੜਾ ਉਹ, ਚੂँਕਿ ਉਹਦੇ ਵਿੱਚ ਬੋਲ ਕੁਝ ਸ਼ਾਮਲ ਸਨ, ਉਹਨਾਂ ਨੇ ਕਿਹਾ ਜੀ ਨਹੀਂ ਜੀ ਇਹ ਤੇ ਕਲਾਮ ਜਿਹੜਾ ਉਹ ਖਵਾਜਾ ਗੁਲਾਮ ਫਰੀਦ ਦਾ ਸ਼ਾਇਦ। ਤੇ ਮੈਂ ਚਾਹੁੰਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਗੀਤ 1974 ਚ ਪਹਿਲੀ ਦਫਾ ਪਾਕਿਸਤਾਨ ਟੈਲੀਵਿਜ਼ਨ ਤੇ ਅਸਦ ਅਮਾਨਤ ਅਲੀ ਖਾਨ ਮਰਹੂਮ ਨੇ ਗਾਇਆ ਸੀ। ਔਰ ਇਹਦੀ ਮੌਸੀਕੀ ਸਾਡੇ ਮਸ਼ਹੂਰ ਮੌਸੀਕਾਰ ਹਸਨ ਲਤੀਫ ਉਹਨਾਂ ਨੇ ਬਣਾਈ ਸੀ। ਜੀ ਜੀ। ਉਸ ਤੋਂ ਬਾਅਦ ਉਹਨਾਂ ਨੇ ਰਾਇਲ ਐਲਬਰਟ ਹਾਲ ਲੰਡਨ ਦੇ ਵਿੱਚ ਗਾਇਆ ਇਹਨੂੰ, ਜਿਸ ਤੋਂ ਇਹ ਬਹੁਤ ਜ਼ਿਆਦਾ ਮਸ਼ਹੂਰ ਹੋਇਆ। ਔਰ ਇਸ ਤਰ੍ਹਾਂ ਫਿਰ ਸਾਰੀ ਦੁਨੀਆ ਦੇ ਵਿੱਚ ਇਹ ਗੀਤ ਜਿਹੜਾ ਹੈ ਉਹਨਾਂ ਨੇ ਗਾਇਆ, ਉਹਨਾਂ ਦੀ ਵੀ ਪਹਿਚਾਣ ਬਣਿਆ। ਲੇਕਿਨ ਮੇਰੀ ਪਹਿਚਾਣ ਸ਼ੁਰੂ ਦੇ ਵਿੱਚ ਨਹੀਂ ਬਣ ਸਕਿਆ, ਇਸ ਵਾਸਤੇ ਕਿ ਇਹਦੇ ਵਿੱਚ ਉਹਨਾਂ ਨੇ ਸਾਡੀ ਰਵਾਇਤ ਦੇ ਮੁਤਾਬਕ ਕਿ ਇਹਦੇ ਵਿੱਚ ਦੋੜੇ ਸ਼ਾਮਲ ਕਰ ਲਏ, ਖਵਾਜਾ ਗੁਲਾਮ ਫਰੀਦ ਦੇ ਦੋੜੇ, ਜਿਹੜੇ ਕਿ ਹਕੀਕਤਨ ਖਵਾਜਾ ਗੁਲਾਮ ਫਰੀਦ ਦੇ ਵੀ ਨਹੀਂ ਹੈਗੇ। ਉਹ ਦੋੜੇ ਸ਼ਾਮਲ ਹੋਏ ਤੇ ਲੋਕਾਂ ਨੂੰ ਬਸ ਇਹੀ ਖਿਆਲ ਆਇਆ, ਔਰ ਇਹੀ ਮੇਰਾ ਖਿਆਲ ਹੈ ਕਿ ਜਿਹੜਾ ਸੀ ਉਹ ਪਤਾ ਲੋਕਾਂ ਨੂੰ ਲੱਗਿਆ ਕਿ ਇਹ ਖਵਾਜਾ ਗੁਲਾਮ ਫਰੀਦ ਦਾ ਕਲਾਮ ਹੈ। ਲੇਕਿਨ ਫਿਰ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਿਹੜਾ ਹੈ ਉਹ ਲੋਕਾਂ ਨੂੰ ਪਤਾ ਚੱਲਦਾ ਗਿਆ। ਔਰ ਫਿਰ ਅਸਦ ਅਮਾਨਤ ਅਲੀ ਖਾਂ ਲੰਡਨ ਆਏ। ਉਹਨਾਂ ਨੇ ਮੇਰੇ ਨਾਲ ਇੱਕ ਬਹੁਤ ਬੜੀ ਆਰਗੇਨਾਈਜੇਸ਼ਨ ਸੀ, ਉਹਨਾਂ ਨੇ ਸਾਡੇ ਨਾਲ ਦੋਨਾਂ ਦੇ ਨਾਲ ਪ੍ਰੋਗਰਾਮ ਕੀਤਾ, ਰੀਯੂਨੀਅਨ ਵਿਦ ਅਸਦ ਅਮਾਨਤ ਅਲੀ ਖਾਨ, ਮਜ਼ਹਰ ਤਰਿਮਜ਼ੀ ਰੀਯੂਨੀਅਨ ਵਿਦ ਅਸਦ ਅਮਾਨਤ ਅਲੀ ਖਾਨ, ਉਹ ਜਿਹੜਾ YouTube ਦੇ ਉੱਤੇ ਵੀ ਹੈ। ਜੀ ਜੀ। ਉਹਦੇ ਵਿੱਚ ਫਿਰ ਕਾਫੀ ਮਤਲਬ ਉਹਦੇ ਨਾਲ ਗੱਲ ਬਹੁਤ ਸਾਫ਼ ਹੋ ਗਈ। ਔਰ ਉਸ ਤੋਂ ਬਾਅਦ ਫਿਰ ਰੀਸੈਂਟਲੀ ਮੇਰਾ ਖਿਆਲ ਚੰਦ ਸਾਲ ਪਹਿਲਾਂ ਕੋਕ ਸਟੂਡੀਓ ਦੇ ਵਿੱਚ ਗਾਇਆ ਗਿਆ, ਜਿਹੜਾ ਅਲੀ ਸੇਠੀ ਸਾਡੇ ਇੱਕ ਨੌਜਵਾਨ ਮੌਸੀਕੀ ਸਿੰਗਰ ਨੇ, ਉਹਨਾਂ ਨੇ ਗਾਇਆ। ਉਸ ਤੋਂ ਵੀ ਇਹ ਗੀਤ ਬਹੁਤ ਮਸ਼ਹੂਰ ਹੋਇਆ। ਮਤਲਬ ਇਹਦੀ ਸ਼ੋਹਰਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਈ ਸਾਰੀ ਦੁਨੀਆ ਦੇ ਵਿੱਚ। ਨੌਜਵਾਨ ਨਸਲ ਨੂੰ ਥੋੜਾ ਜਿਹਾ, ਨੌਜਵਾਨ ਨਸਲ ਦੇ ਵਿੱਚ, ਇੱਕ ਸਾਡੀ ਦੂਸਰੀ ਜਨਰੇਸ਼ਨ ਦੇ ਵਿੱਚ, ਸੈਕੰਡ ਜਨਰੇਸ਼ਨ ਦੇ ਵਿੱਚ ਵੀ ਆ ਗਿਆ ਦੁਬਾਰਾ। ਤੋ ਇਹ ਇੱਕ ਮਤਲਬ ਇਸ ਤਰ੍ਹਾਂ ਇੱਕ ਬੜੀ ਲਾਜ਼ਵਾਲ ਔਰ ਇਹਦੀ ਇੱਕ ਹੈਸੀਅਤ ਹੋ ਗਈ ਇਸ ਗੀਤ ਦੀ। ਯਕੀਨਨ ਉਹ ਜਿਹੜਾ ਹੁਣ ਵੀ ਜਦੋਂ ਸੁਣੀਦਾ ਹੈ, ਔਰ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਫੁੱਲਾਂ ਦੇ ਰੰਗ ਕਾਲੇ ਸੁਰਖ ਗੁਲਾਬਾਂ ਦੇ ਮੌਸਮ ਵਿੱਚ, ਤੇ ਉਹ ਲਾਈਨ ਬਹੁਤ ਸਾਰੀਆਂ, ਵੈਸੇ ਤਾਂ ਲਾਈਨਾਂ ਅਸੀਂ ਤੁਹਾਡੇ ਕੋਲੋਂ ਸੁਣਾਂਗੇ ਵੀ। ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਪਹਿਲੇ ਇਸ ਗੀਤ ਤੋਂ ਹੀ ਸ਼ੁਰੂਆਤ ਕਰਨੀ ਹੈ। ਹਾਂ, ਇਹ ਗੀਤ ਕੋਈ ਬਹੁਤ ਜ਼ਿਆਦਾ ਲੰਬਾ ਨਹੀਂ ਹੈਗਾ, ਮੁਖਤਸਰ ਜਿਹਾ ਗੀਤ ਹੈਗਾ, ਜਿਹਨੂੰ ਕਿ ਅਸਦ ਅਮਾਨਤ ਅਲੀ ਖਾਨ ਨੇ ਮਹਿਫਲਾਂ ਵਿੱਚ ਗਾਉਣ ਵਾਸਤੇ ਬਹੁਤ ਜ਼ਿਆਦਾ ਲੰਬਾ ਕੀਤਾ। ਉਹਦੇ 'ਚ ਦੋੜੇ ਲਾ ਲਏ ਦੂਸਰੇ ਸਿੰਗਰ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਖਵਾਜਾ ਗੁਲਾਮ ਫਰੀਦ ਦਾ ਵੀ ਨਹੀਂ, ਉਹ ਕਲਾਮ ਵੀ ਨਹੀਂ। ਤੇ ਇਹ ਗੀਤ ਇਸ ਤਰ੍ਹਾਂ ਸੀ ਕਿ ਉਮਰਾਂ ਲੰਘੀਆਂ ਪੱਬਾਂ ਪਾਰ, ਵਾਹ, ਹਲੇ ਨਾ ਵਸਵੇ ਕਾਲਿਆ, ਕਦੇ ਨਾ ਸੁਖ ਸੁਨੇਹਾ ਕਲਿਆ, ਵਾਹ, ਫੁੱਲਾਂ ਦੇ ਰੰਗ ਕਾਲੇ। ਵਾਹ ਵਾਹ ਵਾਹ।
ਸੁਰਖ ਗੁਲਾਬਾਂ ਦੇ ਮੌਸਮ ਵਿੱਚ ਫੁੱਲਾਂ ਦੇ ਰੰਗ ਕਾਲੇ, ਕਾਲੇ। ਵਾਹ ਕਦੀ ਨਾ ਕੰਢੇ ਲੱਗੇ ਰੁੜਦੇ ਰੁੜਦੇ ਮੌਤ ਦੇ ਸ਼ੌਹ ਦਰਿਆਵਾਂ ਅੰਦਰ, ਕਦੀ ਵਾਹ, ਨਾ ਵਾਹ। ਕੰਢੇ ਲੱਗੇ, ਵਾਹ 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 ਸਰ ਦੁਬਾਰਾ ਫਿਰ ਦੁਬਾਰਾ। ਕਦੀ ਨਾ ਕੰਢੇ ਲੱਗੇ ਵਾਹ ਰੁੜਦੇ ਰੁੜਦੇ ਮੌਤ ਦੇ ਸ਼ੌਹ ਦਰਿਆਵਾਂ ਅੰਦਰ, ਕਦੀ ਨਾ ਕੰਢੇ ਲੱਗੇ, ਅੰਦਰੋਂ ਅੰਦਰੀ ਵਗਦਾ ਰਹਿੰਦਾ ਪਾਣੀ ਦਰਦ ਹਯਾਤੀ ਦਾ, ਵਾਹ 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 ਸਾਡੀਆਂ ਉਮਰਾਂ ਤੋਂ ਵੀ ਵੱਡੀ ਉਮਰ ਹੈ ਤੇਰੀ, ਹਲੇ ਨਾ ਵਸਵੇ ਕਾਲਿਆ, ਵਾਹ 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 ਉਮਰਾਂ ਲੰਘੀਆਂ ਪੱਬਾਂ ਪਾਰ। ਵਾਹ ਵਾਹ ਬਹੁਤ ਜ਼ਬਰਦਸਤ, ਬਹੁਤ ਖੂਬਸੂਰਤ ਸਰ। ਅੱਛਾ ਸਰ, ਤੁਸੀਂ ਜਿਸ ਤਰ੍ਹਾਂ ਕਿ ਸ਼ੁਰੂ ਦੇ ਵਿੱਚ ਅਸੀਂ ਜ਼ਿਕਰ ਕੀਤਾ ਲੈਂਗੁਏਜ ਤੇ ਕਲਚਰ ਦੀ ਪ੍ਰਮੋਸ਼ਨ ਲਈ ਤੁਹਾਨੂੰ ਜਿਹੜਾ ਬ੍ਰਿਟਿਸ਼ ਪਾਰਲੀਮੈਂਟਰੀ ਅਵਾਰਡ ਵੀ ਮਿਲਿਆ ਔਰ ਮੁxtਲਿਫ ਜਿਹੜੇ ਹੋਰ ਵੀ ਬਹੁਤ ਸਾਰੇ ਅਵਾਰਡ ਤੁਹਾਡਾ ਸਿਲੇਬਸ ਦੇ ਵਿੱਚ ਵੀ ਦੂਜੇ ਪੰਜਾਬ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਸ਼ਾਮਲ ਨੇ, ਤੇ ਖਾਸ ਤੌਰ ਤੇ ਤੁਹਾਨੂੰ ਇੱਥੇ ਕਿਉਂ ਨਹੀਂ ਇੰਨੀ ਮਾਨਤਾ ਮਿਲੀ? ਉਹਦੀ ਕੀ ਵਜ੍ਹਾ ਹੈ ਕਿ ਬਾਹਰਲੇ ਜਿਹੜੇ ਨੇ ਉਹ ਓਨ ਕਰ ਰਹੇ ਨੇ ਔਰ ਇੱਥੇ ਬੈਠੇ ਲੋਕ ਜਿਹੜੇ ਉਹ ਇਸ ਚੀਜ਼ ਨੂੰ ਸਮਝ ਨਹੀਂ ਰਹੇ? ਪਾਕਿਸਤਾਨ ਦੇ ਵਿੱਚ ਤੁਸੀਂ ਨਾਮ ਰੋਸ਼ਨ ਕੀਤਾ ਉੱਥੇ ਜਾ ਕੇ, ਦੂਸਰੇ ਇੰਗਲੈਂਡ ਵਰਗੇ ਮੁਲਕ ਦੇ ਵਿੱਚ ਜਾਂ ਲੰਡਨ ਵਰਗੇ ਸ਼ਹਿਰ ਦੇ ਵਿੱਚ, ਤੇ ਆਖਰ ਕੀ ਵਜ੍ਹਾ ਹੈ ਕਿ ਇੱਥੇ ਇੰਨਾ ਕਿਉਂ ਨਹੀਂ? ਇਸ ਗੱਲ ਦਾ ਜਵਾਬ ਤੇ ਤੁਸੀਂ ਇਹਨਾਂ ਦੇ ਕੋਲੋਂ ਹੀ ਲੈ ਸਕਦੇ ਹੋ, ਲੇਕਿਨ ਮੈਂ ਇੰਨਾ ਕੁ ਜ਼ਰੂਰ ਕਹਾਂਗਾ ਕਿ ਜਿਹੜੀ ਅਵਾਰਡ ਜਾਂ ਇਨਾਮ ਜਾਂ ਜਿਹੜੀ ਰੈਕਗਨੀਸ਼ਨ ਦੀ ਜਿਹੜੀ ਇੱਕ ਸਿਆਸਤ ਹੈ, ਮੈਂ ਕਦੀ ਉਹਦਾ ਹਿੱਸਾ ਨਹੀਂ ਰਿਹਾ, ਨਾ ਮੈਂ ਉਹਦੇ ਵਾਸਤੇ ਕਦੀ ਕੋਈ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਕੋਈ ਅਵਾਰਡ ਦਿੱਤਾ ਜਾਵੇ। ਤੇ ਉਹ ਮੇਰਾ ਮਤਲਬ ਹੈ ਕਿ ਅਗਰ ਇੰਗਲਿਸਤਾਨ ਦੇ ਵਿੱਚ ਇੱਕ ਜਿਹੜਾ ਅਵਾਰਡ ਮਿਲਦਾ ਕਿਸੇ ਨੂੰ, ਤੇ ਉਹ ਉਹਦੇ ਕੰਮ ਦੇ ਉੱਤੇ ਮਿਲਦਾ ਹੈ, ਜੋ ਵੀ ਉਹਨੇ ਕੰਮ ਕੀਤਾ ਹੋਵੇ ਉਹਦੀ ਰੈਕਗਨੀਸ਼ਨ ਵੀ ਹੁੰਦੀ ਹੈ। ਉਹਨਾਂ ਕੌਮਾਂ ਦੇ ਵਿੱਚ ਇੱਕ ਬੜਾ ਸ਼ਾਨਦਾਰ ਕਰੈਕਟਰ ਹੈ ਉਹਨਾਂ ਕੌਮਾਂ ਦਾ, ਲੇਕਿਨ ਸਾਡੇ ਵੀ ਮਿਲਦਾ ਹੈ ਇੱਥੇ, ਲੇਕਿਨ ਸ਼ਾਇਦ ਮੈਨੂੰ ਕੋਈ ਜ਼ਿਆਦਾ ਇਹਦੇ ਨਾਲ ਟੱਚ ਨਹੀਂ ਸੀਗਾ ਮੈਂ, ਤੇ ਇਹੀ ਵਜ੍ਹਾ ਹੋ ਸਕਦੀ ਹੈ। ਬਾਜ਼ ਦਫਾ ਬਾਹਰ ਗਏ ਲੋਕਾਂ ਨੂੰ ਲੋਕ ਭੁੱਲ ਵੀ ਜਾਂਦੇ ਨੇ, ਉਹ ਭਾਵੇਂ ਯਾਦ ਰੱਖਣ। ਅੱਛਾ ਸਰ, ਅਸੀਂ ਹੁਣ ਤੁਹਾਡੀ ਕਿਤਾਬ ਵੱਲ ਆਉਂਦੇ। ਸਭ ਤੋਂ ਪਹਿਲੇ ਤੇ ਟਾਈਟਲ ਅੱਧ, ਇਹਦਾ ਕੀ ਮਾਇਨਿੰਗ? ਅੱਧ ਤੇ ਹੁੰਦਾ ਹੈ ਕਿ ਪੂਰਾ ਨਾ ਹੋਣਾ ਔਰ ਅੱਧਾ ਹੋਣਾ, ਤੇ ਤੁਸੀਂ ਇਹ ਸੋਚ ਕੇ ਕੀ ਇਹਦਾ ਟਾਈਟਲ ਕਿ ਜ਼ਿੰਦਗੀ ਵੀ ਹੋ ਸਕਦਾ ਹੈ ਕਿ ਜ਼ਿੰਦਗੀ ਜਾਂ ਕਿਸੇ ਵੀ ਚੀਜ਼ ਦਾ ਅੱਧ ਹੋ ਸਕਦਾ ਹੈ ਕਿ ਪੂਰਾ ਨਾ ਹੋਣਾ ਜ਼ਿੰਦਗੀ ਦਾ ਵੀ, ਜਾਂ ਕੁਝ ਖਾਹਿਸ਼ਾਤ ਦਾ ਵੀ ਅਧੂਰਾ ਰਹਿ ਜਾਣਾ ਜਾਂ ਅੱਧਾ ਰਹਿ ਜਾਣਾ, ਜਾਂ ਕਿ ਇਹੀ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਇਹੀ ਗੱਲ ਹੈ। ਇਹਦਾ ਮਤਲਬ ਹੈ ਕਿ ਬਹੁਤ ਸਾਰੇ ਫਲਸਫਿਆਨਾ ਜਿਹੜਾ ਹੈ ਉਹ ਇਹਦੀ ਵਜੂਹਾਤ ਵੀ ਨੇ। ਇਹਦੇ 'ਚ ਇੱਕ ਮਤਲਬ ਹੈ ਕਿ ਕਾਇਨਾਤ ਦਾ ਇੱਕ ਜਿਹੜਾ ਤਸੱਵੁਰ ਹੈ ਉਹ ਵੀ ਹੈ ਕਿ ਕਾਇਨਾਤ ਵੀ ਨਾਮੁਕੰਮਲ ਹੈ ਜੀ, ਇਹ ਮੁਕੰਮਲ ਨਹੀਂ ਹੋਈ। ਇਨਸਾਨ ਦਾ ਸ਼ਊਰ ਹਜੇ ਉੱਥੇ ਤੱਕ ਨਹੀਂ ਪਹੁੰਚ ਸਕਿਆ ਕਿ ਉਹ ਹਰ ਚੀਜ਼ ਨੂੰ ਦਰਿਆਫਤ ਕਰ ਲਵੇ। ਬਹੁਤ ਕੁਝ ਪੋਸ਼ੀਦਾ ਹੈ, ਬਹੁਤ ਕੁਝ ਛੁਪਿਆ ਹੈ, ਮਖਫੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇਹਨਾਂ ਦਾ ਜਿਹੜਾ ਉਹ ਹੈ ਮਤਲਬ ਹੈ ਕਿ ਮਤਲਬ ਜਿਹੜਾ ਹੈ ਇਹੀ ਹੈ ਕਿ ਨਾਮੁਕੰਮਲ ਹੈਗਾ। ਸਹੀ ਹੋ ਗਿਆ। ਅੱਛਾ, ਅੱਧ ਦੇ ਵਿੱਚੋਂ ਸਾਨੂੰ ਹੁਣ ਤੁਸੀਂ ਕੀ ਸੁਣਾ ਰਹੇ ਹੋ ਕੁਝ ਚੀਜ਼? ਮੈਂ ਤੁਹਾਨੂੰ ਕੁਝ ਨਜ਼ਮ ਸੁਣਾ ਦਿੰਦਾ, ਇੱਕ ਦੋ ਨਜ਼ਮਾਂ ਸੁਣਾ ਦਿੰਦਾ। ਜੀ ਜ਼ਰੂਰ, ਤਾਂ ਕਿ ਪੂਰਾ ਹੋ ਜਾਵੇ ਅੱਜ ਵੀ ਸਾਡਾ। ਅੱਜ ਇਹ ਇੱਕ ਪੁਰਾਣੀ ਨਜ਼ਮ ਹੈ ਜੀ ਜੀ ਸਰ। ਸੁਫਨਾ, ਸੁਪਨਾ, ख्वाब यानी कि ख्वाब, ਲੇਕਿਨ ਇਹ ਸਾਡਾ ਸਾਰਿਆਂ ਦਾ ਸਾਂਝਾ ਸੁਪਨਾ ਹੈਗਾ। ਇਹ ਸੁਪਨਾ ਮੈਂ ਅੱਜ ਕੋਈ ਪਹਿਲੀ ਵਾਰ ਨਹੀਂ ਤੱਕਿਆ। ਇਹ ਸੁਪਨਾ ਮੈਂ ਨਿੱਕਾ ਹੁੰਦਾ ਤੱਕਦਾ ਆ ਰਿਹਾ। ਇਹ ਸੁਪਨਾ ਮੇਰੇ ਨਾਲ ਸਕੂਲੇ ਪੜ੍ਹਿਆ। ਸਿਖਰ ਦੁਪਹਿਰੀ ਲੁਕਦਾ ਲੁਕਦਾ ਇਸ਼ਕ ਦੀ ਪੌੜੀ ਚੜ੍ਹਿਆ। ਇਸ ਸੁਪਨੇ ਦੇ ਚਾਨਣ ਕੋਲੋਂ ਘੋਰ ਹਨੇਰਾ ਡਰਿਆ। ਵਾਹ। ਇਸ ਸੁਪਨੇ ਦੇ ਚਾਨਣ ਕੋਲੋਂ ਘੋਰ ਹਨੇਰਾ ਡਰਿਆ। ਇਸ ਸੁਪਨੇ ਦੇ ਤਖਤ ਤੇ ਬਹਿ ਕੇ ਚਾਰੇ ਆਲਮ ਫਿਰਿਆ। ਵਾਹ 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 ਵਾਹ। ਇਹ ਸੁਪਨੇ ਤੇ ਤਖਤ ਤੇ ਬਹਿ ਕੇ ਚਾਰੇ ਆਲਮ ਫਿਰਿਆ। ਜੋ ਨਹੀਂ ਤੱਕਣਾ ਉਹ ਤੱਕਿਆ। ਵਾਹ ਵਾਹ। ਜੋ ਨਹੀਂ ਸੁਣਨਾ ਉਹ ਸੁਣਿਆ। ਵਾਹ 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 ਵਾਹ। ਜੋ ਨਹੀਂ ਤੱਕਣਾ ਉਹ ਤੱਕਿਆ। ਜੋ ਨਹੀਂ ਸੁਣਨਾ ਉਹ ਸੁਣਿਆ। ਵਾਹ। ਇਸ ਸੁਪਨੇ ਦੀ
ਰਾਤ ਨਹੀਂ ਮੁੱਕਦੀ ਦਿਨ ਕੰਧੀਆਂ ਚੜਿਆ ਵਾਹ 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 ਵਾਹ, ਦਿਨ ਕੰਧੀਆਂ ਚੜਿਆ, ਕੰਧੀਆਂ ਚੜਿਆ ਵਾਹ ਵਾਹ ਇਸ ਸੁਪਨੇ ਦੀ ਰਾਤ ਨਹੀਂ ਮੁੱਕਦੀ ਵਾਹ ਦਿਨ ਕੰਧੀਆਂ ਚੜਿਆ ਵਾਹ ਇਸ ਸੁਪਨੇ ਦੀ ਰੀਤ ਅਨੋਖੀ ਵਾਹ ਜਿਸ ਤੱਕਿਆ ਨਿਤ ਮਰਿਆ ਵਾਹ 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 ਵਾਹ, ਜਿਸ ਤੱਕਿਆ ਨਿਤ ਮਰਿਆ, ਵਾਹ ਵਾਹ ਵਾਹ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਅੱਛਾ ਸਰ, ਤੁਹਾਡਾ ਜਿਹੜਾ ਉਹ ਮਨਜ਼ੂਰ ਏਜਾਜ਼ ਸਾਹਿਬ ਦੀ ਜਿਹੜੀ ਕੁਝ ਸਵਾ ਉਮਰੀ ਉਹਦੇ ਵਿੱਚ ਵੀ ਕੁਝ ਜ਼ਿਕਰ ਉਹਨਾਂ ਨੇ ਕੀਤਾ, ਔਰ ਉਸ ਵਾਲੇ ਨਾਲ ਤੁਸੀਂ ਉਸ ਦੌਰ ਦੇ ਵਿੱਚ ਜਿਹੜਾ ਆਪਣੀ ਨੌਜਵਾਨੀ ਦੇ ਦੌਰ ਦੇ ਵਿੱਚ ਕਹਾਂਗਾ ਕਿ ਯੂਨੀਵਰਸਿਟੀ ਲਾਈਫ ਦੇ ਵਿੱਚ ਇੱਕ ਖਾਸ ਕਿਸਮ ਦੀ ਜਿਹੜੀ ਤਹਿਰੀਕ ਸੀ ਜਿਹਨੂੰ ਅਸੀਂ ਖੱਬੇ ਪਾਸੇ ਜਾਂ ਲੈਫਟਿਸਟ ਵੀ ਕਹਿੰਦੇ ਹਾਂ, ਉਹਦੇ ਨਾਲ ਜੁੜੇ ਰਹੇ। ਤੁਹਾਨੂੰ ਹੁਣ ਕੀ ਨਜ਼ਰ ਆਉਂਦਾ ਉਸ ਤਹਿਰੀਕ ਦਾ? ਉਹ ਕੀ ਉਹਦੀ ਕੁਝ ਬਾਕੀਆਤ ਹੈ ਨਹੀਂ ਜਾਂ ਕਿਸ ਤਰ੍ਹਾਂ ਹੈ? ਕਿਉਂਕਿ ਜਿਸ ਦੌਰ ਦੇ ਵਿੱਚ ਤੁਸੀਂ ਉਹ ਤਹਿਰੀਕ ਜਿਹੜੀ ਸੀ ਉਹ ਬੜੇ ਜ਼ੋਰਾਂ 'ਤੇ ਸੀ ਔਰ ਕਹਾਂਗੇ ਕਿ ਸ਼ਿਕਰਾਂ 'ਤੇ ਸੀ, ਲੇਕਿਨ ਹੁਣ ਤੁਸੀਂ ਕੀ ਦੇਖਦੇ ਹੋ ਉਸ ਹਵਾਲੇ ਨਾਲ? ਇੱਕ ਸਫ਼ਰ ਹੈ ਜਿਹੜਾ ਸ਼ੁਰੂ ਹੋਇਆ ਸੀ ਸਾਡੀ ਜਨਰੇਸ਼ਨ ਦਾ ਜਾਂ ਸਾਡੇ ਮਤਲਬ ਲੋਕਾਂ ਦਾ, ਮੇਰੇ ਵਰਗੇ ਲੋਕਾਂ ਦਾ, ਤੇ ਉਹ ਸਫ਼ਰ ਹਜੇ ਵੀ ਜਾਰੀ ਹੈ। ਅੱਛਾ, ਉਹ ਥਾਟ ਦਾ ਸਫ਼ਰ ਸੀ ਜੀ ਜੀ, ਇੱਕ ਪ੍ਰੋਗਰੈਸਿਵ ਥਾਟ ਦਾ ਸਫ਼ਰ ਸੀਗਾ। ਚੀਜ਼ਾਂ ਨੂੰ, ਦੁਨੀਆ ਨੂੰ, ਕਾਇਨਾਤ ਨੂੰ ਜਿਹੜਾ ਹੈ ਉਹ ਇਸ ਨਜ਼ਰ ਨਾਲ ਦੇਖਣਾ ਕਿ ਉਹਦੇ 'ਚ ਬਿਹਤਰੀ ਪੈਦਾ ਹੋਵੇ, ਉਹਦੇ ਵਿੱਚ ਅੱਛਾਈ ਦੀਆਂ ਜਿਹੜੀਆਂ ਤਾਕਤਾਂ ਉਹ ਅੱਗੇ ਆਉਣ ਜੀ, ਔਰ ਜਿਹੜੀ ਹੈ ਬੈਟਰਮੈਂਟ ਲੋਕਾਂ ਦੀ ਹੋਵੇ, ਤੇ ਉਹ ਅਮਲ ਜਿਹੜਾ ਹੈਗਾ ਉਹ ਤੇ ਕਦੀ ਨਹੀਂ ਰੁਕਦਾ, ਉਹ ਹਮੇਸ਼ਾ ਜਾਰੀ ਰਹਿੰਦਾ। ਉਹ ਕੰਟੀਨਿਊਟੀ ਹੈਗੀ ਹੈ ਤੇ ਉਹ ਜਾਰੀ ਹੈ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ। ਉਹ ਲਿਖਤ ਦੇ ਵਿੱਚ, ਸੋਚ ਦੇ ਵਿੱਚ, ਤੁਹਾਡੀ ਕਰਨੀ ਦੇ ਵਿੱਚ ਉਹ ਚੱਲਦਾ ਰਹਿੰਦਾ ਹੈਗਾ, ਭਾਵੇਂ ਉਹ ਬੇਸ਼ੱਕ ਬਹੁਤਾ ਲਾਊਡ ਨਾ ਹੋਵੇ, ਬਹੁਤਾ ਮੱਠਾ ਉਹ ਚੱਲਦਾ ਰਹਿੰਦਾ, ਅੰਦਰੋਂ ਅੰਦਰ ਹੀ ਵਗਦਾ ਰਹਿੰਦਾ। ਅੱਛਾ, ਤੇ ਹੁਣ ਸਾਨੂੰ ਕਿਹੜੀ ਨਜ਼ਮ ਸੁਣਾ ਰਹੇ ਹੋ ਤੁਸੀਂ? ਇਹ ਇੱਕ ਨਜ਼ਮ ਹੈ, ਇਹਦੇ 'ਚ ਇੱਕ ਨੋਸਟੈਲਜੀਆ ਵੀ ਹੈ ਬਾਹਰ ਰਹਿੰਦੇ ਬੰਦੇ ਦਾ, ਕਿ ਉੱਥੇ ਬਾਹਰ ਸਾਡੇ ਇੱਥੇ ਦੇ ਅੰਬ ਬਾਹਰ ਜਾਂਦੇ ਆ ਤੇ ਲੋਕ ਉਹ ਅੰਬ ਖਾਣਾ ਚਾਹੁੰਦੇ ਨੇ, ਤੇ ਉਹਦੇ ਬਾਰੇ 'ਚ ਇੱਕ ਨਜ਼ਮ ਹੈ। ਜੀ ਸਰ। ਦੇਸੋਂ ਆਏ ਅੰਬ ਖਾਣਾ, ਦੇਸੋਂ ਆਏ ਅੰਬ ਖਾਣਾ, ਦੇਸੋਂ ਆਏ ਅੰਬ ਖਾਣਾ, ਯਾਨੀ ਇੱਥੋਂ ਜਿਹੜੇ ਅੰਬ ਜਾਂਦੇ ਆ ਉੱਥੇ ਖਾਣੇ ਪਰਦੇਸ ਦੇ ਵਿੱਚ। ਦੇਸੋਂ ਆਏ ਅੰਬਾਂ ਨੂੰ ਸਭ ਖਾਣਾ ਚਾਹੁੰਦੇ, ਦੇਸੋਂ ਆਏ ਅੰਬਾਂ ਨੂੰ ਸਭ ਖਾਣਾ ਚਾਹੁੰਦੇ, ਇੱਥੇ ਰਹਿ ਕੇ ਉੱਥੇ ਜਾਣਾ ਚਾਹੁੰਦੇ। ਵਾਹ ਵਾਹ, ਉੱਥੇ ਰਹਿ ਕੇ ਤੇ ਇੱਥੇ ਵਾਪਸ ਆਣਾ ਚਾਹੁੰਦੇ। ਇਹ ਇੱਥੇ ਰਹਿ ਕੇ ਉੱਥੇ ਜਾਣਾ ਚਾਹੁੰਦੇ। ਬੜਾ ਸਵਾਦ ਹੈ ਦੇਸੀ ਅੰਬ ਦਾ, ਨਾ ਖਾਧਾ ਤਾਂ ਪਛਤਾਵਾ ਰਹਿ ਜਾਣਾ ਹੈ। ਬੜਾ ਸਵਾਦ ਹੈ ਦੇਸੀ ਅੰਬ ਦਾ, ਨਾ ਖਾਧਾ ਤਾਂ ਪਛਤਾਵਾ ਰਹਿ ਜਾਣਾ ਹੈ। ਖਾਦਿਆਂ ਵੀ ਪਛਤਾਵਾ ਕਦ ਮੁੱਕਦਾ ਹੈ। ਵਾਹ ਵਾਹ, ਖਾਦਿਆਂ ਵੀ ਪਛਤਾਵਾ ਕਦ ਮੁੱਕਦਾ ਹੈ। ਵਾਹ ਵਾਹ, ਅੰਬ ਖਾਣਾ ਵੀ ਕੋਈ ਫਲਸਫਾ ਹੈ। ਵਾਹ ਵਾਹ ਵਾਹ, ਅੰਬ ਖਾਣਾ ਵੀ ਕੋਈ ਫਲਸਫਾ ਹੈ। ਮੈਂ ਇਹ ਸੋਚ ਕੇ ਘਰ ਲੈ ਆਇਆ, ਮੈਂ ਇਹ ਸੋਚ ਕੇ ਘਰ ਲੈ ਆਇਆ, ਜਿਉਂ ਜਿਉਂ ਖਾਵਾਂ ਤਿਉਂ ਤਿਉਂ ਸਿੱਕ ਵਧੇਰੀ ਹੋਵੇ। ਜਿਉਂ ਜਿਉਂ ਖਾਵਾਂ ਤਿਉਂ ਤਿਉਂ ਸਿੱਕ ਵਧੇਰੀ ਹੋਵੇ, ਸੋਹਣਿਆ ਤੇਰੇ ਮਿਲਣੇ ਦੇ ਵਿੱਚ ਦੇਰੀ ਹੋਵੇ। ਵਾਹ 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 ਵਾਹ, ਸੋਹਣਿਆ ਤੇਰੇ ਮਿਲਣੇ ਦੇ ਵਿੱਚ ਦੇਰੀ ਹੋਵੇ। ਵਾਹ, ਜੇ ਹੁੰਦਾ ਮੈਂ ਹਰੀਅਲ ਤੋਤਾ, ਫਿਰਦਾ ਡਾਲੀਓ ਡਾਲੀ। ਵਾਹ 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 ਵਾਹ, ਜੇ ਹੁੰਦਾ ਮੈਂ ਹਰੀਅਲ ਤੋਤਾ, ਫਿਰਦਾ ਡਾਲੀਓ ਡਾਲੀ। ਪਰ ਮੇਰੇ ਇੱਕ ਹੱਥ ਸੂਰਜ ਫੜਿਆ, ਦੂਜਾ ਹੱਥ ਸਵਾਲੀ। ਵਾਹ 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 ਵਾਹ, ਮੇਰੇ ਇੱਕ ਹੱਥ ਸੂਰਜ ਫੜਿਆ, ਦੂਜਾ ਹੱਥ ਸਵਾਲੀ। ਇਹ ਦੂਜਾ ਹੱਥ ਸਵਾਲੀ ਮੇਰੀ ਇੱਕ ਕਿਤਾਬ ਦਾ ਨਾਮ ਵੀ ਸੀ। ਅੱਛਾ, ਸਰਨਾਮਾ ਵੀ ਸੀ। ਜ਼ਬਰਦਸਤ ਜ਼ਬਰਦਸਤ। ਔਰ ਮੈਂ ਚਾਹੁੰਦਾ ਹਾਂ ਕਿ ਸਾਡੇ ਕੋਲ ਟਾਈਮ ਥੋੜਾ ਜਿਹਾ ਘੱਟ ਹੈ, ਔਰ ਤੁਸੀਂ ਅਗਰ ਕੁਝ ਸੁਣਾਉਣਾ ਚਾਹ ਰਹੇ ਹੋ ਤਾਂ ਸੁਣਾ ਦਿਓ ਆਖਰੀ ਨਜ਼ਮ, ਉਸ ਤੋਂ ਬਾਅਦ ਅਸੀਂ ਫਿਰ ਹੋਰ ਸੁਣਾ ਦਿੰਦਾ। ਇੱਕ ਨਜ਼ਮ ਹੈ। ਜੀ ਜੀ। ਭਾਦਰੋਂ ਦਿਹਾੜ ਦੀ ਇੱਕ ਸ਼ਾਮ, ਭਾਦਰੋਂ
ਦਿਹਾੜ ਦੀ ਇੱਕ ਸ਼ਾਮ ਮਹੀਨੇ ਦਾ ਠੀਕ ਹੋ ਧਰਤੀ ਦੀ ਗੱਡ ਅਸਮਾਨਾਂ ਵਿੱਚ ਫਸ ਗਈ ਏ। ਧਰਤੀ ਦੀ ਗੱਡ ਅਸਮਾਨਾਂ ਵਿੱਚ ਫਸ ਗਈ ਏ। ਹਵਾ ਸਮੁੰਦਰਾਂ ਹੇਠਾਂ ਵਗਦੀ ਥੱਕ ਗਈ ਏ। ਵਾਹ 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 ਵਾਹ। ਹਵਾ ਸਮੁੰਦਰਾਂ ਹੇਠਾਂ ਵਗਦੀ ਥੱਕ ਗਈ ਏ। ਸੂਰਜ ਨੇ ਬਦਲਾਂ ਨਾਲ ਯਾਰੀ ਤੋੜੀ ਏ। ਹਾਂ, ਸੂਰਜ ਨੇ ਬਦਲਾਂ ਨਾਲ ਯਾਰੀ ਤੋੜੀ ਏ। ਕਿਣੀਆਂ ਆਪਣੀ ਕਿਸ਼ਤੀ ਘਰ ਵੱਲ ਮੋੜੀ ਏ। ਹਾਂ ਹਾਂ ਹਾਂ, ਕਿਣੀਆਂ ਆਪਣੀ ਕਿਸ਼ਤੀ ਘਰ ਵੱਲ ਮੋੜੀਏ। ਘਰ ਵੱਲ ਮੋੜੀ ਏ। ਵਾਹ। ਆਲ ਦੁਆਲੇ ਆਲੇ ਅੰਦਰ ਦੀਵਾ ਅੱਖ ਚਮਕਾਉਂਦਾ ਏ। ਆਲੇ ਅੰਦਰ ਦੀਵਾ ਅੱਖ ਚਮਕਾਉਂਦਾ ਏ। ਨੇਰੀ ਰਾਤ ਤੇ ਨੈਣੀ ਕੱਜਲ ਪਾਉਂਦਾ ਏ। ਵਾਹ 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 ਵਾਹ। ਚਾਰ ਚੁਫੇਰੀ ਚੁੱਪ ਬਸ ਸਾਹ ਦਾ ਰੌਲਾ ਏ। ਵਾਹ। ਚਾਰ ਚੁਫੇਰੀ ਚੁੱਪ ਬਸ ਸਾਹ ਦਾ ਰੌਲਾ ਏ। ਡੁੱਬਦੀ ਰਾਤ ਨੂੰ ਕਾਲੀ ਛਲ ਦਾ ਚੋਲਾ ਏ। ਵਾਹ 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 ਵਾਹ। ਡੁੱਬਦੀ ਰਾਤ ਨੂੰ ਕਾਲੀ ਛਲ ਦਾ ਚੋਲਾ ਏ। ਵਾਹ ਵਾਹ ਵਾਹ। ਧਰਤੀ ਦੀ ਗੱਡ ਅਸਮਾਨਾਂ ਵਿੱਚ ਫਸ ਵਾਹ ਵਾਹ ਵਾਹ, ਬਹੁਤ ਜ਼ਬਰਦਸਤ ਸਰ, ਬਹੁਤ ਫਲਸਫਿਆਨਾ ਜਿਹੜੀਆਂ ਉਹ ਨਜ਼ਮਾਂ ਨੇ ਔਰ ਇਹਦੇ ਵਿੱਚ ਨੋਸਟੈਲਜੀਆ ਜ਼ਾਰੀ ਗੱਲ ਹੈ। ਤੁਸੀਂ ਉਹ ਦੂਸਰੇ ਦੇਸ਼ ਵਿੱਚ ਵਸ ਰਹੇ ਹੋਰ ਚੀਜ਼ਾਂ ਦੇ ਵਿੱਚ ਹੁੰਦਾ ਆਪਣੇ ਦੇਸ਼ ਦੀ ਜਿਹੜੀ ਹੈ ਉਹ ਖਿੱਚ ਜਿਹੜੀ ਹੈ ਜਾਂ ਉਹ ਬੰਦੇ ਨੂੰ ਕਿਸੇ ਨਾ ਕਿਸੇ ਜਾ ਕੇ ਕਿਸੇ ਵੀ ਜਿਹੜਾ ਇਸ ਧਰਤੀ ਦੇ ਨਾਲ ਹਮੇਸ਼ਾ ਮੈਂ ਕਹਿੰਦਾ ਹਾਂ ਇੱਕ ਚੀਜ਼ ਕਿ ਜਿਹੜਾ ਇਸ ਧਰਤੀ ਦੇ ਨਾਲ ਆਪਣੀ ਮਿੱਟੀ ਦੇ ਨਾਲ ਜੁੜਿਆ ਹੁੰਦਾ ਉਹ ਦੁਨੀਆ ਦੇ ਕਿਸੇ ਵੀ ਖਿੱਤੇ ਉੱਤੇ ਚਲੇ ਜਾਵੇ ਤੇ ਉਹਦੀ ਜਿਹੜੀ ਕਸ਼ਿਸ਼ ਹੈ ਜਾਂ ਉਹਦੀ ਖਿੱਚ ਜਿਹੜੀ ਉਹ ਰਹਿਤਲ ਦੀ ਜਿਹੜੀ ਉਹਨੂੰ ਆਪਣੇ ਵੱਲ ਖਿੱਚਦੀ ਔਰ ਤੁਹਾਡੀ ਤਹਿਰੀਰਾਂ ਦੇ ਵਿੱਚ ਵੀ ਉਹ ਚੀਜ਼ ਨਜ਼ਰ ਆਉਂਦੀ। ਔਰ ਸਰ ਬਹੁਤ ਇੱਕ ਵਾਰੀ ਫੇਰ ਮਿਹਰਬਾਨੀ ਤੁਸੀਂ ਤਸ਼ਰੀਫ ਲਿਆਏ ਜੀ। ਨਾਜ਼ਰੀਨ ਤੇ ਤੁਸੀਂ ਮਦਰ ਸਾਹਿਬ ਦੀਆਂ ਗੱਲਾਂ ਸੁਣੀਆਂ ਔਰ ਬਹੁਤ ਸਾਰੀਆਂ ਜਿਹੜੀਆਂ ਨਜ਼ਮਾਂ ਵੀ ਸੁਣੀਆਂ। ਉਹਨਾਂ ਨੇ ਆਪਣੇ ਗੀਤ ਬਾਰੇ ਵੀ ਥੋੜ੍ਹੇ ਜਿਹੀ ਦੱਸਿਆ ਕਿ ਇਹ ਜਿਹੜਾ ਉਹ ਹੈਗਾ ਕੁਝ ਖਵਾਜਾ ਗੁਲਾਮ ਫਰੀਦ ਦਾ ਵੀ ਕਲਾਮ ਨਹੀਂ ਹੈ ਜਿਹੜਾ ਕਿ ਲੋਕ ਸਮਝ ਜਾਂਦੇ ਨੇ। ਔਰ ਅਸੀਂ ਆਸ ਕਰਨੇ ਇਹਦੇ ਨਾਲ ਹੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਵੇਗਾ। ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲਿਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ।